ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਭਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੈ ਆਇਆ। ਨਾਨਕ ਕੋ ਪ੍ਰਭ ਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਾਰੂ ਮਹੱਲਾ ਨਾਵਾ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ। ਗਨਿਕਾਹੂ ਗਤ ਪਾਈ, ਹਰ ਕੋ ਨਾਮ ਸਦਾ ਸੁਖਦਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਹਜੂਰ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਸਫਲ ਦਰਸ਼ਤ ਪੇਖਤ ਪਨੀਤ, ਮਹਾਰਾਜ ਜੀਆਂ ਦੇ ਦਰਸ਼ਨ ਸਹਿਤ ਫਲਦੇ ਹਨ। ਮਹਾਰਾਜ ਜੀਆਂ ਦੇ ਦਰਸ਼ਨ ਕਰ ਕਰਕੇ ਗੁਰਸਿੱਖ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਸਫਲ ਦਰਸ਼ਨ ਪੇਖਤ ਪਨੀਤ। ਹਜੂਰ ਦੇ ਦਰਸ਼ਨ ਕਰਦਿਆਂ ਹੀ ਇਹ ਸਰੀਰ ਦੇਹੀ ਪਵਿੱਤਰ ਹੋ ਜਾਂਦੀ ਹੈ। ਪਰਸਤ ਚਰਨ ਗਤ ਨਿਰਮਲ ਰੀਤ। ਹਜੂਰ ਦੇ ਚਰਨਾਂ ਕਮਲਾਂ ਦੇ ਮਸਤਕ ਧਰਨ ਨਾਲ ਹੀ ਨਿਰਮਲ ਰੀਤੀ ਮਨ ਦੇ ਵਿੱਚੋਂ ਭਾਵ ਬੁਰੇ ਭਾਵ ਉੱਡ ਜਾਂਦੇ ਹਨ। ਸ਼ੁਭ ਗੁਣ ਆ ਵਸਦੇ ਹਨ। ਭੇਟਤ ਸੰਗ ਰਾਮ ਗੁਣ ਰਵੈ। ਹਜੂਰ ਦੀ ਸਤ ਸੰਗਤ ਵਿੱਚ ਬੈਠਣ ਦੇ ਨਾਲ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਮੰਤਰ ਚੱਲ ਪੈਂਦਾ ਹੈ। ਗੁਰਸਿੱਖ ਜੋ ਪ੍ਰੇਮ ਨਾਲ ਹਜੂਰ ਦੀ ਸਤ ਸੰਗਤ ਵਿੱਚ ਬੈਠਦੇ ਹਨ, ਭੇਟਤ ਸੰਗ ਰਾਮ ਗੁਣ ਰਵੈ। ਪਾਰ ਬ੍ਰਹਮ ਕੀ ਦਰਗਹ ਗਵੈ। ਅਕਾਲ ਪੁਰਖ ਵਾਹਿਗੁਰੂ ਉਸ ਦੀ ਦਰਗਾਹ ਦੇ ਵਿੱਚ ਮਹਾਰਾਜ ਜੀ ਕਹਿੰਦੇ ਹਨ, ਫਿਰ ਸੁਰਖਰੂ ਹੋ ਕੇ ਜਾਂਦਾ ਹੈ। ਸੁਣ ਕਰ ਬਚਨ ਕਰਨ ਆਗਾਨੇ। ਜਿਨ੍ਹਾਂ ਨੂੰ ਸਾਧ ਸੰਗਤ ਜੀ ਪ੍ਰੇਮ ਦੀ ਬਹਿਬਲ ਲੱਗ ਜਾਂਦੀ ਹੈ, ਮਨ ਵਿੱਚ ਤਾਂਘ ਲੱਗ ਜਾਂਦੀ ਹੈ ਦਰਸ਼ਨਾਂ ਦੀ। ਹਜੂਰ ਦੇ ਬਚਨ ਸ਼ਰਵਣਾਂ ਦੇ ਵਿੱਚ ਕੰਨਾਂ ਦੇ ਵਿੱਚ ਪੈਂਦਿਆਂ ਹੀ ਮਹਾਰਾਜ ਜੀ ਕਹਿੰਦੇ ਹਨ, ਸੁਣ ਕਰ ਬਚਨ ਕਰਨ ਆਗਾਨੇ।
ਉਹਨਾਂ ਦੇ ਕੰਨ ਰੱਜਦੇ ਨਹੀਂ ਕਦੇ। ਕਹਿੰਦੇ ਹਨ ਮਹਾਰਾਜ ਜੀ ਤੁਹਾਡੀ ਸਿਫਤ ਸਲਾਹ ਕਰਦੇ ਹੋਏ ਹਜੂਰ ਤੁਧ ਸਾ ਲਾਹੇ ਨਾ ਰੱਜਾਂ ਕਬਹੂ, ਸੱਚੇ ਨਾਵੇਂ ਕੀ ਭੁੱਖ ਲਾਵਣਿਆ। ਹਜੂਰ ਮੇਰੇ ਕੰਨਾਂ ਨੂੰ ਸਦਾ ਹੀ ਆਪ ਜੀਆਂ ਦੇ ਨਾਮ ਦੀ ਭੁੱਖ ਲੱਗੀ ਰਵੇ। ਮਨ ਸੰਤੋਖ ਆਤਮ ਪਤੀਆਨੇ, ਮਨ ਦੇ ਵਿੱਚ ਸੰਤੋਖ ਆ ਜਾਂਦਾ ਹੈ। ਮਣਾ ਕਦੇ ਬਾਹਰੀ ਪਦਾਰਥਾਂ ਤੋਂ ਇਹਨੇ ਰੱਜਣਾ ਨਹੀਂ, ਆਤਮਾ ਪਤੀਤ ਜਾਂਦੀ ਹੈ। ਦੇਖ ਮਣਾ ਇੱਕ ਵਾਹਿਗੁਰੂ ਦਾ ਨਾਮ ਹੀ ਸਤ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਜ ਮਾਰੂ ਰਾਗ ਵਿੱਚ ਹਜੂਰ ਕਿਰਪਾ ਕਰ ਰਹੇ ਹਨ। ਜਿਸ ਸਮੇਂ ਸਾਧ ਸੰਗਤ ਜੀ ਹਜੂਰ ਪਟਨਾ ਸਾਹਿਬ ਜੀਆਂ ਦੀ ਧਰਤੀ ਨੂੰ ਭਾਗ ਲਾ ਰਹੇ ਹਨ, ਜਿਸ ਸਮੇਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੀ ਕਿਸੇ ਸਮੇਂ ਇੱਥੇ ਆਏ ਸੀ। ਸਾਲਸਰਾਏ ਜੌਹਰੀ ਜੋ ਵਪਾਰੀ ਸੀ, ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਦਾ ਭੌਰਾ ਹੋ ਗਿਆ ਸੀ। ਹਜੂਰ ਨੇ ਮੰਜੀ ਦੇ ਕੇ ਗੁਰਸਿੱਖੀ ਦੇ ਪ੍ਰਚਾਰ ਕਰਨ ਦਾ ਉਪਦੇਸ਼ ਦਿੱਤਾ ਸੀ। ਅੱਜ ਨਾਵੇਂ ਸਰੂਪ ਦੇ ਵਿੱਚ ਹਜੂਰ ਆਏ ਹਨ। ਉਸੇ ਹੀ ਸਾਲਸਰਾਏ ਜੌਹਰੀ ਦੇ ਅੱਗੋਂ ਪਰਿਵਾਰ ਦੇ ਵਿੱਚੋਂ ਚੱਲਦੀ ਹੋਈ ਵੰਸ਼ ਵਿੱਚੋਂ ਹਜੂਰ ਨੂੰ ਲੈਣ ਵਾਸਤੇ ਆਏ ਹਨ। ਮਹਾਰਾਜ ਜੀ ਆਪ ਜੀ ਸਾਡੀ ਹਵੇਲੀ ਵਿੱਚ ਹਜੂਰ ਰਹੋ। ਇਹ ਹੁਣ ਆਪ ਜੀਆਂ ਦੀ ਹੀ ਹਵੇਲੀ ਹੈ। ਆਪ ਸਾਧ ਸੰਗਤ ਜੀ ਹਜੂਰ ਦਾ ਉੱਥੇ ਪੜਾ ਕਰਾਇਆ। ਜਿਸ ਸਮੇਂ ਸਾਧ ਸੰਗਤ ਜੀ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਉਂਦੀਆਂ ਹਨ, ਮਹਾਰਾਜ ਜੀਆਂ ਦੇ ਦਰਸ਼ਨ ਕਰਨ ਆਉਂਦੀਆਂ ਹਨ। ਮਨ ਵਿੱਚ ਕਈ ਇੱਛਾਵਾਂ ਲੈ ਕੇ ਆਉਂਦੇ ਹਨ ਗੁਰਸਿੱਖ ਪ੍ਰੇਮ ਵਾਲੇ, ਪਰ ਹਜੂਰ ਦੇ ਦਰਸ਼ਨ ਕੈਸੇ ਸਨ? ਮਹਾਰਾਜ ਜੀਆਂ ਦੇ ਦਰਸ਼ਨ ਐਸੇ ਸਨ, ਮਨ ਸਭ ਕੁਝ ਭੁੱਲ ਜਾਂਦਾ ਸੀ ਹਜੂਰ ਦੇ ਦਰਸ਼ਨ ਕਰਿਆ ਹੀ। ਇੱਕ ਅਕਹਿ ਜੇ ਰਸ ਵਿੱਚ ਮਨ ਚਲੇ ਜਾਂਦਾ ਸੀ। ਜਿਸ ਸਮੇਂ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਦੂਧ ਪੂਤ ਕੇ ਦਵਈਆ ਰੋਗ ਸੋਗ ਕੇ ਮਟਈਆ, ਕਿਦੋ ਮਾਨੀ ਮਹਾਮਾਨ ਹੋ। ਮਹਾਰਾਜ ਜੀ ਆਪ ਜੀਆਂ ਦੇ ਦਰਬਾਰ ਵਿੱਚੋਂ ਹਜੂਰ ਜੇ ਅਸੀਂ ਦੁੱਧ ਦੀਆਂ ਦਾਤਾਂ ਮੰਗੀਆਂ ਹਨ, ਮਹਾਰਾਜ ਜੀ ਮਾਇਆ ਮੰਗੀ ਹੈ ਸੰਸਾਰੀ, ਆਪ ਜੀਆਂ ਨੇ ਸਭ ਕੁਝ ਦਿੱਤਾ ਹੈ। ਹਜੂਰ ਆਪ ਜੀਆਂ ਤੁਝੇ ਪੁੱਤਰ ਮੰਗੇ ਹਨ, ਹਜੂਰ ਆਪ ਜੀਆਂ ਨੇ ਪੁੱਤਰ ਵੀ ਦਿੱਤੇ ਹਨ। ਪਰ ਹਜੂਰ ਫਿਰ ਵੀ ਮਨ ਵਿੱਚ ਇੰਨੀ ਧਨ ਦੀ ਮਹਾਰਾਜ ਜੀ ਚੇਸ਼ਟਾ ਲੱਗੀ ਰਹਿੰਦੀ ਹੈ। ਸਭ ਕੁਝ ਪੱਲੇ ਹੈ, ਪਰ ਫਿਰ ਵੀ ਹਜੂਰ ਮਨ ਵਿੱਚ ਸੁੱਖ ਨਹੀਂ ਜੇ ਹੈਗਾ। ਮਹਾਰਾਜ ਜੀ ਇਹ ਮਨ ਕਦੇ ਰੱਜਦਾ ਹੀ ਨਹੀਂ। ਆਪ ਕਿਰਪਾ ਕਰੋ ਹਜੂਰ, ਸਾਡਾ ਮਨ ਨੂੰ ਵੀ ਕਦੀ ਸदैਵੀ ਸੁੱਖ ਮਿਲ ਸਕਦਾ ਹੈ। ਮਹਾਰਾਜ ਜੀ ਥੋੜੇ ਸਮੇਂ ਵਾਸਤੇ ਜਦੋਂ ਮਾਇਆ ਆਉਂਦੀ ਹੈ ਖੁਸ਼ ਹੁੰਦਾ ਹਾਂ, ਪਰ ਫਿਰ ਹਜੂਰ ਉਸੇ ਤਰ੍ਹਾਂ ਝੋਰੇ ਲੱਗ ਜਾਂਦੇ ਹਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਸਿੱਖ ਸੰਗਤਾਂ ਵਿੱਚੋਂ ਹੱਥ ਜੋੜ ਜੋੜ ਕੇ ਬੇਨਤੀਆਂ ਕਰਦੇ ਹਨ, ਹਜੂਰ ਦੇ ਅੱਗੇ ਅਰਦਾਸਾਂ ਕਰਦੇ ਹਨ। ਹਜੂਰ ਮੁਖ ਤੋਂ ਬਚਨ ਕਰਕੇ ਗੁਰਸਿੱਖਾਂ ਨੂੰ ਨਿਹਾਲ ਕਰਦੇ ਹਨ। ਆਓ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਉਪਦੇਸ਼ ਦਿੰਦੇ ਹਨ, ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਆਪਣੀਆਂ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਹਜੂਰ ਦੇ ਚਰਨਾਂ ਕਮਲਾਂ ਦਾ ਧਰੀਏ ਧਿਆਨ। ਹਜੂਰ ਦੇ ਉਦੁੱਤੀ ਦਰਬਾਰ ਵਿੱਚ ਸੱਜ ਬੈਠੇ ਹਾਂ। ਹਜੂਰ ਅੰਮ੍ਰਿਤ ਗੁਰਬਾਣੀ ਦੀ ਵਰਖਾ ਕਰਨ ਲੱਗੇ ਹਨ। ਦੋਨੋਂ ਹੱਥ ਜੋੜ ਕੇ ਅਦਬ ਸਹਿਤ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਜੂਰ ਆਰੰਭ ਵਿੱਚ ਮੰਗਲਾਚਰਨ ਕਰਦੇ ਹਨ। ਬੀਜ ਮੰਤਰ ਇੱਕ ਓੰਕਾਰ, ਜੋ ਪਰਮਾਤਮਾ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਾਰੂ ਮਹੱਲਾ ਨਾਵਾ। ਮਾਰੂ ਰਾਗ ਵਿੱਚ ਮਹੱਲਾ ਨਾਵਾ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜੀ ਸਾਰੇ ਪਦਾਰਥ ਮਹਾਰਾਜ ਜੀ ਇਸ ਜੀਵ ਨੇ ਸੁਖਦਾਈ ਮੰਨੇ ਹਨ, ਪਰ ਫਿਰ ਵੀ ਮਹਾਰਾਜ ਜੀ ਖੁਸ਼ੀ ਨਹੀਂ ਹੁੰਦੀ। ਹਜੂਰ ਕਦੇ ਸੁਖ ਨਾਸ਼ ਨਾ ਹੋਵੇ ਐਸਾ ਕੋਈ ਮਹਾਰਾਜ ਜੀ ਸਾਨੂੰ ਬਚਨ ਸੁਣਾਵੋ, ਸਦੀਵ ਮਹਾਰਾਜ ਜੀ ਸੁਖ ਹੋ ਜਾਈਏ। ਹਜੂਰ ਉਪਦੇਸ਼ ਦਿੰਦੇ ਹਨ, ਹਰ ਕੋ ਨਾਮ ਸਦਾ ਸੁਖਦਾਈ,
ਮਹਾਰਾਜ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਹਜੂਰ ਕਹਿੰਦੇ ਹਨ, ਗੁਰਸਿੱਖਾ ਜੋ ਸਾਡੇ ਅਕਾਲ ਪੁਰਖ ਵਾਹਿਗੁਰੂ ਹਰੀ ਦਾ ਨਾਮ ਹੈ, ਮਹਾਰਾਜ ਜੀ ਕਹਿੰਦੇ ਹਨ ਸਦਾ ਸੁਖ ਦੇਣ ਵਾਲਾ ਹੈ। ਪਰ ਜੋ ਇਹ ਜੀਵ ਹੈ, ਮਹਾਰਾਜ ਜੀ ਕਹਿੰਦੇ ਹਨ ਇਹ ਸੰਸਾਰੀ ਜੋ ਅਸਤ ਪਦਾਰਥ ਹਨ, ਝੂਠੇ ਹਨ, ਜੇ ਕਿਤੇ ਦ੍ਰਿਸ਼ਟੀ ਪਾ ਕੇ ਦੇਖੇ ਸਭ ਕੁਝ ਨਾਸ਼ ਹੋ ਜਾਣ ਵਾਲਾ ਹੈ। ਪਰ ਜਦੋਂ ਬੰਦਾ ਉਸ ਪਦਾਰਥ ਨੂੰ ਪਾਉਂਦਾ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਮਹਾਰਾਜ ਜੀ ਕਹਿੰਦੇ ਹਨ ਜਦੋਂ ਇਸ ਨੂੰ ਕੁਝ ਪ੍ਰਾਪਤ ਹੁੰਦਾ ਹੈ, ਬੜਾ ਹੰਕਾਰ ਕਰਦਾ ਹੈ, ਕਦੇ ਅਸਮਾਨ ਤੱਕ ਨਹੀਂ ਇਹ ਨਵਾਉਣ ਦਿੰਦਾ ਬੰਦਾ। ਪਰ ਹਜੂਰ ਕਹਿੰਦੇ ਹਨ ਜਦੋਂ ਮਾਇਆ ਚਲੇ ਜਾਂਦੀ ਹੈ, ਇਹ ਬੰਦਾ ਰੋਣ ਲੱਗ ਜਾਂਦਾ ਹੈ। ਇਹ ਸਾਧ ਸੰਗਤ ਜੀ ਜੇ ਵੱਡੇ ਭਾਗ ਜਾਣਨ, ਹਜੂਰ ਨਾਮ ਦਾ ਪਿਆਰ ਹਿਰਦੇ ਵਿੱਚ ਲਾ ਦਿੰਦੇ ਹਨ, ਫਿਰ ਸਾਧ ਸੰਗਤ ਜੀ ਜੋ ਸੰਸਾਰੀ ਪਦਾਰਥ ਹਨ, ਇਹਨਾਂ ਦੇ ਜਾਣ ਦੇ ਤੇ ਆਉਣ ਦੇ ਵਿੱਚ ਬੰਦੇ ਨੂੰ ਨਾ ਹੀ ਦੁੱਖ ਹੁੰਦਾ ਹੈ, ਨਾ ਹੀ ਸੁੱਖ ਹੁੰਦਾ ਹੈ। ਕੈਸੇ ਗੁਰਸਿੱਖ ਹਨ ਹਜੂਰ ਦੇ ਪ੍ਰੇਮ ਵਾਲੇ, ਕਹਿੰਦੇ ਹਨ ਮਹਾਰਾਜ ਜੀ ਝੱਖੜ ਝਾਗੀ ਮੀਹੋ ਵਰਸੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੈ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਜਿਨ੍ਹਾਂ ਦੇ ਹਿਰਦੇ ਵਿੱਚ ਮਹਾਰਾਜ ਜੀ ਪ੍ਰੇਮ ਲਾ ਦਿੰਦੇ ਹਨ, ਕਹਿੰਦੇ ਹਨ ਮਹਾਰਾਜ ਜੀ ਚਾਹੇ ਝੱਖੜ ਹਨੇਰੀ ਵਗੇ, ਮਹਾਰਾਜ ਜੀ ਮੀਂਹ ਬੜੇ ਪੈਂਦਾ ਰਵੇ, ਪਰ ਫਿਰ ਵੀ ਜੋ ਪ੍ਰੇਮ ਵਾਲੇ ਗੁਰਸਿੱਖ ਹਨ ਲੰਘ ਕੇ ਗੁਰੂ ਦੇ ਦਰਬਾਰ ਤੇ ਪ੍ਰਵਾਨ ਹੋ ਜਾਂਦੇ ਹਨ। ਜੋ ਇਹ ਸੰਸਾਰ ਸਾਗਰ ਹੈ, ਜੋ ਬੜਾ ਖਾਰਾ ਹੈ, ਮਹਾਰਾਜ ਜੀ ਕਹਿੰਦੇ ਹਨ ਗੁਰੂ ਕੇ ਸਿੱਖ ਇਹਨਾਂ ਦੀ ਪਰਵਾਹ ਨਹੀਂ ਕਰਿਆ ਕਰਦੇ। ਇਹ ਸਾਧ ਸੰਗਤ ਜੀ ਭਾਵ ਹੈ ਝੱਖੜ ਝਾਗੀ। ਜਿਸ ਤਰ੍ਹਾਂ ਮਹਾਰਾਜ ਜੀਆਂ ਦੇ ਪ੍ਰੇਮ ਵਾਲੇ ਗੁਰਸਿੱਖ ਸਾਰੇ ਸੰਸਾਰ ਨੂੰ ਹੀ ਵਿਸ਼ਿਆਂ ਨੇ ਮੋਇਆ ਹੋਇਆ ਹੈ, ਹਜੂਰ ਕਹਿੰਦੇ ਹਨ ਜੋ ਇੱਕ ਵਿਸ਼ੇ ਹਨ, ਕੁਝ ਪਲ ਦਾ ਸੁੱਖ ਦਿੰਦੇ ਹਨ, ਭੋਗਣ ਤੋਂ ਬਾਅਦ ਬੰਦੇ ਦੇ ਮਨ ਵਿੱਚ ਨਿਰਾਸਗੀ ਆਉਂਦੀ ਹੈ। ਪਰ ਗੁਰੂ ਕੇ ਸਿੱਖ ਝੱਖੜ ਝਾਗੀ ਮੀਂਹੋਂ ਵਰਸੇ, ਇਹਨਾਂ ਵਿਕਾਰਾਂ ਦੀ ਹਜੂਰ ਕਹਿੰਦੇ ਹਨ ਚਾਹੇ ਹਨੇਰੀ ਚੱਲਦੀ ਹੋਵੇ, ਚਾਹੇ ਮੀਂਹ ਵਰਤਦਾ ਹੋਵੇ, ਮਹਾਰਾਜ ਜੀ ਕਹਿੰਦੇ ਹਨ ਗੁਰ ਦੇਖਣ ਜਾਈ। ਉਹ ਫਿਰ ਵੀ ਮਹਾਰਾਜ ਜੀਆਂ ਤੋਂ ਕਦੇ ਪਰਾਂ ਨੂੰ ਮੂੰਹ ਨਹੀਂ ਕਰਦੇ, ਹੱਥ ਜੋੜ ਕੇ ਕਹਿੰਦੇ ਹਨ ਮਹਾਰਾਜ ਜੀ ਜੀਵ ਤਾਂ ਪਾਪੀ ਹੈ, ਆਪ ਬਖਸ਼ਣ ਯੋਗ ਹੋ, ਹਜੂਰ ਬਲ ਬਖਸ਼ਣਾ, ਮੈਂ ਇਹਨਾਂ ਵਿਕਾਰਾਂ ਤੋਂ ਪਾਰ ਹੋ ਕੇ ਆਪ ਜੀਆਂ ਦੇ ਪਾਸ ਆ ਜਾਵਾਂ। ਸੰਸਾਰ ਸਾਗਰ ਹੋਵੇ ਬਹੁ ਖਾਰਾ, ਖਾਰੇ ਦੀ ਨਿਆਈ। ਜਿਸ ਤਰ੍ਹਾਂ ਸੰਸਾਰੀ ਜੀਵ ਕਈਰਾਂ ਕਹਿ ਦਿੰਦੇ ਹਨ ਇੰਨਾ ਚਿਰ ਹੋ ਗਿਆ ਤੈਨੂੰ ਗੁਰੂ ਘਰ ਜਾਂਦੇ ਨੂੰ, ਤੈਨੂੰ ਕੀ ਮਿਲਿਆ ਹੈ, ਸਾਰਾ ਦਿਨ ਪਾਠ ਕਰਦਾ ਹੈ, ਸਗੋਂ ਦੇਖ ਤੇਰਾ ਨੁਕਸਾਨ ਹੀ ਹੋਇਆ ਹੈ। ਅਸੀਂ ਇੰਨੇ ਵਿਸ਼ੇ ਭੋਗਦੇ ਹਾਂ, ਗੱਡੀਆਂ 'ਚ ਘੁੰਮਦੇ ਹਾਂ, ਵਿਹਲੇ ਰਹਿੰਦੇ ਹਾਂ, ਦੇਖ ਆਨੰਦ ਮੰਗਲ ਲੱਗੇ ਹੋਏ ਹਨ। ਮਹਾਰਾਜ ਜੀ ਕਹਿੰਦੇ ਹਨ ਰੁਦਰ ਭਗਤ ਜਗ ਮਾਹੇ, ਸੁਖ ਕੇ ਦਿਵਸ ਸਦ ਭਰੇ, ਮਰੇ ਫਿਰ ਆਵੈ ਜਾਹੇ, ਕਛ ਫਲ ਲਹਿਤ ਨਾ ਮੁਕਤ ਕੋ। ਮਹਾਰਾਜ ਜੀ ਕਹਿੰਦੇ ਹਨ ਜੋ ਇਹ ਜੀਵ ਐਸੇ ਵਿਚਾਰ ਕਰਦੇ ਹਨ, ਉਹ ਮਰ ਮਰ ਕੇ ਜੂਨਾਂ ਵਿੱਚ ਆਉਂਦੇ ਹਨ, ਉਹਨਾਂ ਨੂੰ ਕਦੇ ਮੁਕਤੀ ਨਹੀਂ ਮਿਲਦੀ। ਸੰਸਾਰ ਸਾਗਰ ਹੋਵੇ ਬਹੁ ਖਾਰਾ, ਚਾਹੇ ਉਹਨਾਂ ਨੂੰ ਗੁਰਸਿੱਖਾਂ ਨੂੰ ਕੋਈ ਕੌੜੇ ਬਚਨ ਬੋਲੇ, ਖਾਰੇ ਬਚਨ ਬੋਲੇ, ਉਹ ਸਾਧ ਸੰਗਤ ਜੀ ਜਰੇ ਤਾਂ ਨਹੀਂ ਜਾਂਦੇ, ਪਰ ਮਹਾਰਾਜ ਜੀਆਂ ਦੀ ਸ਼ਬਦ ਦੀ ਕਮਾਈ ਇੰਨੀ ਕੀਤੀ ਹੁੰਦੀ ਹੈ, ਕੌੜੇ ਬਚਨ ਗੁਰਸਿੱਖ ਜਰ ਜਾਂਦੇ ਹਨ। ਗੁਰਸਿੱਖ ਲੰਘ ਗੁਰੂ ਪਹਿ ਜਾਈ, ਫਿਰ ਵੀ ਉਹ ਜਾਣ ਲੈਂਦੇ ਹਨ ਸਦੀਵ ਰਹਿਣ ਵਾਲਾ ਸੁਖ ਕਿਹੜਾ ਹੈ, ਹਰ ਕੋ ਨਾਮ ਸਦਾ ਸੁਖਦਾਈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੇ ਮਣਾ ਕਹਿੰਦੇ ਹਨ ਕਿ ਹਰੀ ਦਾ ਨਾਮ ਹੀ ਸਦਾ ਸੁਖ ਦੇਣ ਵਾਲਾ ਹੈ। ਉਹ ਸਾਰ ਸ੍ਰੇਸ਼ਟ ਮੰਤਰ ਜੋ ਵਾਹਿਗੁਰੂ ਹੈ ਉਸ ਦਾ ਅਧਿਐਨ ਕਰਦੇ ਹਨ। ਸਾਧ ਸੰਗਤ ਜੀ ਇਹ ਤਾਂ ਉਹੀ ਜਾਣਦੇ ਹਨ ਕਿ ਉਹਨਾਂ ਨੂੰ ਕਿੰਨੀ ਪ੍ਰੇਮ ਲੱਗ ਜਾਂਦਾ ਹੈ। ਸਮਾਧੀ ਦੇ ਵਿੱਚੋਂ ਉਹਨਾਂ ਨੂੰ ਉਥਾਨ ਹੋਣ ਦਾ ਮਨ ਨਹੀਂ ਕਰਦਾ, ਜਿੰਨੇ ਮਹਾਰਾਜ ਜੀਆਂ ਦੀ ਗੁਰਬਾਣੀ ਦੱਸਦੀ ਹੈ। ਸਾਧ ਸੰਗਤ ਜੀ ਇੰਨੇ ਰਸ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ ਕਿ ਜਿੱਦਾਂ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਦੱਸਦੇ ਹਨ, ਜੈਸੀ ਬਿਖੈ ਹੇਤ ਪਰ ਨਾਰੀ,
ਤੈਸੀ ਨਾਮੈ ਪ੍ਰੀਤ ਮਰਾਰੀ। ਜਿਸ ਤਰ੍ਹਾਂ ਇੱਕ ਵਿਸ਼ਈ ਪੁਰਖ ਪਰਾਈ ਇਸਤਰੀ ਵੱਲ ਤੱਕ ਕੇ ਸੁਖ ਮਾਣਦਾ ਹੈ, ਭਗਤ ਨਾਮਦੇਵ ਜੀ ਕਹਿੰਦੇ ਹਨ ਉਦੋਂ ਕਿੰਨੀ ਜ਼ਿਆਦਾ ਮੇਰੀ ਰਾਮ ਦੇ ਨਾਮ ਨਾਲ ਪ੍ਰੀਤ ਲੱਗੀ ਹੋਈ ਹੈ। ਜੈਸੇ ਗਾਏ ਕਾ ਬਾਛਾ ਛੂਟਲਾ, ਜਿੱਦਾਂ ਗਾਂ ਦਾ ਵੱਛਾ ਛੁੱਟ ਛੁੱਟ ਕੇ ਦੁੱਧ ਵੱਲ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ ਭਗਤ ਨਾਮਦੇਵ ਜੀ ਐਸੀ ਪ੍ਰੀਤ ਲੱਗ ਗਈ ਹੈ ਸਾਨੂੰ। ਬਨ ਪਿਹਾਵਲੈ ਹਿਕ ਸਾਥੀ ਲੱਦਮ, ਦੁੱਖ ਹਰਤਾ ਹਰ ਨਾਮਾ। ਮਹਾਰਾਜ ਜੀ ਕਹਿੰਦੇ ਹਨ ਇਸ ਭੈਦਾਇਕ ਸੰਸਾਰ ਦੇ ਵਿੱਚ ਇੱਕ ਹਜੂਰ ਸਾਨੂੰ ਵੀ ਸਾਥੀ ਲੱਭ ਜਾਵੇ ਜੋ ਮਹਾਰਾਜ ਜੀ ਦੁੱਖਾਂ ਨੂੰ ਹਰ ਦੇਵੇ, ਭਾਵ ਨਾਸ਼ ਕਰ ਦੇਵੇ। ਹਜੂਰ ਕਹਿੰਦੇ ਹਨ ਹਰ ਕੋ ਨਾਮ, ਜੋ ਹਰੀ ਦਾ ਨਾਮ ਹੈ ਤੇਰੇ ਮਨ ਨੂੰ ਸਦਾ ਗੁਰਬਾਣੀ ਵਿੱਚ ਹਰਿਆ ਭਰਿਆ ਰੱਖੇਗਾ, ਤੇਰੇ ਦੁੱਖਾਂ ਨੂੰ ਹਰ ਲਵੇਗਾ, ਨਾਸ਼ ਕਰ ਦੇਵੇਗਾ। ਮਹਾਰਾਜ ਜੀ ਕਹਿੰਦੇ ਹਨ ਦੁੱਖ ਹਰਤਾ ਹਰ ਨਾਮਾ। ਮਹਾਰਾਜ ਜੀ ਕਹਿੰਦੇ ਹਨ ਕਿ ਹਰੀ ਦਾ ਨਾਮ ਹੈ। ਜਿਸ ਸਮੇਂ ਬੰਦਾ ਦੇਖਦਾ ਹੈ ਸਾਧ ਸੰਗਤ ਜੀ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਦੋਂ ਸਾਧ ਸੰਗਤ ਜੀ ਨਾਮ ਜਪਣ ਲੱਗ ਜਾਂਦਾ ਹੈ ਉਹਨੂੰ ਪਤਾ ਲੱਗਦਾ ਹੈ ਕਿ ਪ੍ਰਭ ਕੈ ਸਿਮਰਨ ਪੂਰੇ ਕਾਮ, ਸਾਰੇ ਕਾਮ ਪੂਰੇ ਆਪਣੇ ਆਪ ਹੋ ਜਾਂਦੇ ਹਨ। ਕਾਮਨਾਵਾਂ ਮਹਾਰਾਜ ਜੀਆਂ ਦਾ ਸਿਮਰਨ ਕਰਦਿਆਂ ਹੀ ਸਾਧ ਸੰਗਤ ਜੀ ਉਸ ਨੂੰ ਪਤਾ ਲੱਗਦਾ ਹੈ ਇਹ ਕੰਮ ਤਾਂ ਮੈਂ ਕਰ ਹੀ ਨਹੀਂ ਸੀ ਸਕਦਾ। ਸਦਾ ਐਸੀ ਅਵਸਥਾ ਉਹਦੀ ਬਣੀ ਰਹਿੰਦੀ ਹੈ। ਹੱਥ ਜੋੜ ਕੇ ਨੀਵੀਂ ਪਾਈ ਰੱਖਦੇ ਹਨ, ਨਿਮਰਤਾ ਦੇ ਵਿੱਚ ਨਿਮਰੀ ਭੂਤ ਸੰਗਤਾਂ ਦੀ ਚਰਨਾਂ ਦੀ ਧੂੜੀ ਹੋਏ ਰਹਿੰਦੇ ਹਨ। ਕਹਿੰਦੇ ਹਨ ਹਜੂਰ ਇਹ ਕੰਮ ਮੇਰੇ ਤੋਂ ਨਹੀਂ ਸੀ ਹੋਣੇ। ਹਜੂਰ ਪਾਪੀ ਮਨ ਕਿੱਥੇ ਠਹਿਰਦਾ ਸੀ, ਆਪ ਜੀਆਂ ਨੇ ਕਿਰਪਾ ਕੀਤੀ ਹੈ ਜੋ ਨਾਮ ਵਿੱਚ ਲਾ ਦਿੱਤਾ ਹੈ। ਫਿਰ ਉਹ ਬਾਹਰ ਭੀਤਰ ਏਕੋ ਜਨ, ਇਹ ਗੁਰ ਗਿਆਨ ਬਤਾਈ। ਉਹ ਫਿਰ ਇਹ ਗਿਆਨ ਨੂੰ ਜਾਣ ਲੈਂਦੇ ਹਨ ਕਿ ਹਰ ਇੱਕ ਦੇ ਵਿੱਚ ਵਾਹਿਗੁਰੂ ਵਸਦਾ ਹੈ। ਬੰਦਾ ਦੁਖੀ ਤਾਂ ਹੁੰਦਾ ਹੈ ਜਾਂ ਤਾਂ ਸਾਧ ਸੰਗਤ ਜੀ ਨਾਲ ਦੇ ਦੀ ਚੜ੍ਹਾਈ ਦੇਖੇ। ਜਦੋਂ ਸਾਧ ਸੰਗਤ ਜੀ ਐਸਾ ਸੰਸਾਰੀ ਮਨ ਹੈ, ਕਿਸੇ ਦਾ ਮਾੜਾ ਹੋਇਆ ਦੇਖ ਕੇ ਪਾਪੀ ਮਨ ਖੁਸ਼ ਹੁੰਦਾ ਹੈ, ਆਪਣਾ ਚੰਗਾ ਦੇਖ ਕੇ ਭਾਵ ਫਿਰ ਖੁਸ਼ ਹੁੰਦਾ ਹੈ। ਇਸ ਤਰ੍ਹਾਂ ਹਜੂਰ ਕਹਿੰਦੇ ਹਨ ਫਿਰ ਗਿਆਨ ਹੋ ਜਾਵੇਗਾ। ਜਦੋਂ ਹਰੀ ਦਾ ਨਾਮ ਜਪੇਗਾ ਆਪਣੇ ਅੰਦਰ ਵੀ ਨਿਗਾਹ ਮਾਰੇਗਾ, ਮੇਰੇ ਅੰਦਰ ਵੀ ਉਹੀ ਵਸਦਾ ਹੈ ਜੋ ਬਾਹਰ ਵਸ ਰਿਹਾ ਹੈ। ਹਜੂਰ ਕਹਿੰਦੇ ਹਨ ਹਰੀ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ। ਦੇਖ ਮੰਦਿਆ ਜਦੋਂ ਪਤਾ ਲੱਗਦਾ ਹੈ ਕਿ ਸ੍ਰੇਸ਼ਟ ਨਾਮ ਸੀ, ਮਨ ਵਿੱਚ ਝੋਰਾ ਲੱਗਦਾ ਹੈ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਹ ਹੀਰਿਆਂ ਵਰਗਾ ਜਨਮ ਵਿਅਰਥ ਲੰਘਾ ਦਿੱਤਾ ਹੈ। ਇਹ ਹਜੂਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਹਨ। ਮਣਾ ਬਚਪਨ ਅਗਿਆਨ ਵਿੱਚ ਨਿਕਲ ਗਿਆ ਹੈ, ਜਵਾਨੀ ਵਿਸ਼ਿਆਂ ਵਿੱਚ ਨਿਕਲ ਗਈ ਹੈ, ਬੁਢਾਪੇ ਨੇ ਹੁਣ ਜ਼ੋਰ ਪਾ ਲਿਆ ਹੈ ਸਰੀਰ ਤੇ, ਹੁਣੇ ਹੀ ਤੂੰ ਨਾਮ ਜਪਣ ਲੱਗ ਜਾ। ਹਜੂਰ ਕਹਿੰਦੇ ਹਨ ਹਜੂਰ ਕਿਹੜਾ ਨਾਮ ਜਪੀਏ ਜਿਹੜਾ ਸਾਨੂੰ ਸਦੀਵੀ ਸੁਖ ਦਵੇ, ਕਦੇ ਉਹ ਸੁਖ ਨਾਸ ਨਾ ਹੋਵੇ। ਹਜੂਰ ਫਰਮਾਉਂਦੇ ਹਨ ਹਰ ਕੋ ਨਾਮ ਸਦਾ ਸੁਖਦਾਈ, ਕਿ ਹਰੀ ਦਾ ਨਾਮ ਸਦਾ ਸੁਖਦਾਈ ਹੈ। ਹਜੂਰ ਕਿਸੇ ਨੇ ਜਪਿਆ ਹੋਵੇ, ਹਜੂਰ ਸਾਨੂੰ ਦੱਸਣਾ ਕਰੋ ਕਿ ਕਿਸੇ ਨੂੰ ਇਸ ਨਾਮ ਜਪਣ ਦੇ ਨਾਲ ਹਜੂਰ ਮੁਕਤੀ ਮਿਲੀ ਹੋਵੇ। ਹਜੂਰ ਕਹਿੰਦੇ ਹਨ ਜਾ ਕੋ ਸਿਮਰ ਅਜਾਮਲ ਉਦਰਿਓ। ਹਜੂਰ ਕਹਿੰਦੇ ਹਨ ਜਿਸ ਨਾਮ ਨੂੰ ਜਪਣ ਮਾਤਰ ਸੇ ਹੀ ਅਜਾਮਲ ਪਾਪੀ ਜਗ ਜਾਣੇ। ਨਿਮਖ ਮਾਹੇ ਮਹਾਰਾਜ ਜੀ ਕਹਿੰਦੇ ਹਨ ਜੋ ਅਜਾਮਲ ਸੀ ਉਸ ਨੂੰ ਤਾਂ ਜੱਗ ਵੀ ਪਾਪੀ ਕਹਿੰਦਾ ਸੀ, ਅਜਾਮਲ ਨਾ ਸੀ ਉਹਨੂੰ ਕੋਈ ਕਿਹਾ ਕਰਦਾ। ਉਹਦੇ ਇੰਨੇ ਪਾਪ ਸੀ ਸਾਰਾ ਸੰਸਾਰ ਜਾਣਦਾ ਸੀ। ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਤੇ ਬੇਮੁਖ ਹੋ ਕੇ ਪਾਪ ਕਮਾਵੇ, ਦੁਰਮਤ ਦਹਿਆ, ਆਪਣੇ ਗੁਰੂ ਤੋਂ ਬੇਮੁਖ ਹੋ ਗਿਆ ਸੀ ਅਜਾਮਲ। ਜਿਸ ਸਮੇਂ ਗੁਰੂ ਨੇ ਸਿੱਖਿਆ ਦਿੱਤੀ ਅਜਾਮਲ, ਜਿਸ ਸਮੇਂ ਸਾਧ ਸੰਗਤ ਜੀ ਬੜਾ ਗਿਆਤਾ ਸੀ, ਬੜਾ ਗਿਆਨ ਇਸਨੇ ਪੜਿਆ ਸੀ, ਪਰ ਸਾਧ ਸੰਗਤ ਜੀ ਉਸ ਗਿਆਨ ਦੀ ਕਮਾਈ ਨਾ ਸੀ ਕੀਤੀ ਅਜਾਮਲ ਨੇ। ਇੰਨਾ ਗਿਆਨ ਵੇਦ ਸ਼ਾਸਤਰ ਇਸਨੇ ਪੜ੍ਹੇ ਸੀ। ਗੁਰੂ ਨੇ ਕਿਹਾ ਕਿ ਜਦੋਂ ਤੂੰ ਵਿਦਿਆ ਪੜ੍ਹਨ ਆਉਣਾ ਹੈ ਇਸ ਨਗਰ ਦੇ ਤੂੰ ਬਾਹਰ ਦੀ ਘੁੰਮ ਕੇ ਆਉਣਾ ਹੈ, ਨਗਰ ਦੇ ਵਿੱਚੋਂ ਦੀ ਨਹੀਂ ਕਦੇ ਆਉਣਾ, ਕਿਉਂਕਿ ਨਗਰ ਦੇ ਵਿੱਚ ਵੇਸ਼ਵਾ ਦੁਆਰ ਸੀ। ਉਸ ਦਾ ਗੁਰੂ ਨੂੰ ਪਤਾ ਸੀ ਕਿ ਇਹ ਡੋਲ ਸਕਦਾ ਹੈ, ਪਰ ਇੱਕ ਦਿਨ ਅਜਾਮਲ ਨੇ ਮਨ ਵਿੱਚ ਸੋਚਿਆ ਮਣਾ ਇੰਨਾ ਘੁੰਮ ਕੇ ਜਾਣਾ ਹਾਂ, ਅੱਜ ਵਿੱਚੋਂ ਦੀ ਲੰਘ ਕੇ ਚਲੇ ਜਾਣਾ ਹਾਂ, ਗੁਰੂ ਨੂੰ ਕੀ ਪਤਾ ਲੱਗੇਗਾ। ਜਦੋਂ ਵਿੱਚੋਂ ਦੀ ਲੰਘਿਆ
ਕਦੇ ਅਜਾਮਲ ਨੇ ਸਾਧ ਸੰਗਤ ਜੀ ਉਸ ਵੇਸ਼ਵਾ ਵੱਲ ਤੱਕਿਆ, ਮਨ ਦੇ ਵਿੱਚ ਭੈੜੇ ਖਿਆਲ ਫੁਰੇ। ਥੋੜੇ ਦਿਨਾਂ ਬਾਅਦ ਸਾਧ ਸੰਗਤ ਜੀ ਫਿਰ ਵੇਸ਼ਵਾ ਨਾਲ ਇਸ ਨੇ ਆਨੰਦ ਕਾਰਜ ਜਿਸ ਤਰ੍ਹਾਂ ਵਿਆਹ ਕਰਾਇਆ। ਉਸ ਤੋਂ ਉਪਰੰਤ ਉਸ ਰਾਜੇ ਨੇ ਇਸ ਨੂੰ ਆਪਣੇ ਰਾਜ ਵਿੱਚੋਂ ਕੱਢ ਦਿੱਤਾ। ਸਭ ਕਹਿੰਦੇ ਸੀ ਅਜਾਮਲ ਪਾਪੀ ਹੈ। ਜਿਸ ਸਮੇਂ ਜੰਗਲ ਦੇ ਵਿੱਚ ਆਪਣੀ ਇਸਤਰੀ ਦੇ ਨਾਲ 6 ਪੁੱਤਰ ਇਸ ਦੇ ਘਰ ਜਿਸ ਤਰ੍ਹਾਂ ਜਨਮ ਲੈਂਦੇ ਹਨ, 6 ਪੁੱਤ ਜਾਏ ਵੇਸ਼ਵਾ ਪਾਪਾਂ ਦੇ ਫਲ ਇੱਛਾ ਲਹਿਆ। ਉਸ ਇਸਤਰੀ ਤੋਂ ਇਸ ਨੇ 6 ਪੁੱਤਰ ਪੈਦਾ ਕੀਤੇ। ਉਸ ਤੋਂ ਉਪਰੰਤ ਚਿੜੀਆਂ ਮਾਰ ਕੇ ਜੰਗਲ ਦੇ ਵਿੱਚ ਪੰਛੀ ਆਦਿਕ ਮਾਰ ਕੇ ਖਾਂਦਾ ਸੀ ਇਹ ਅਜਾਮਲ। ਜਿਸ ਸਮੇਂ ਅਚਾਨਚੱਕ ਇੱਕ ਮਹਾਂਪੁਰਸ਼ ਇਸ ਦੇ ਘਰ ਆ ਖਲੋਂਦੇ ਹਨ। ਇਸ ਦੀ ਇਸਤਰੀ ਕਹਿੰਦੀ ਹੈ, ਅਜਾਮਲ ਅੱਜ ਘਰ ਦੇ ਵਿੱਚ ਆਪਾਂ ਨੇ ਕੁਝ ਮੀਟ ਆਦਿਕ ਨਹੀਂ ਬਣਾਉਣਾ, ਮਹਾਂਪੁਰਸ਼ ਆਏ ਹਨ। ਕੁਝ ਸਾਧ ਸੰਗਤ ਜੀ ਫਿਰ ਜੋ ਸੁੱਕੀ ਰਸਤ ਸੀ ਉਸ ਦਾ ਇਹਨਾਂ ਨੇ ਮਹਾਂਪੁਰਸ਼ ਨੂੰ ਕੁਝ ਖਵਾਇਆ। ਜਦੋਂ ਮਹਾਂਪੁਰਸ਼ਾਂ ਦੇ ਅੱਗੇ ਭਾਗ ਜਾਗੇ ਹਨ, ਹੱਥ ਜੋੜ ਕੇ ਖੜਾ ਹੋ ਗਿਆ, ਮਹਾਰਾਜ ਜੀ ਮੈਂ ਵੀ ਬਹੁਤ ਮਹਾਰਾਜ ਜੀ ਵਿਦਿਆ ਪੜ੍ਹੀ ਸੀ, ਪਰ ਹਜੂਰ ਮੈਂ ਵੀ ਪੜ੍ਹਿਆ ਸੀ ਕਿ ਇਹਨਾਂ ਪਾਪਾਂ ਦਾ ਕੀ ਫਲ ਹੈ, ਪਰ ਹਜੂਰ ਕਮਾਈ ਨਾ ਸੀ, ਮੈਂ ਅਜਾਮਲ ਪਾਪੀ ਹਾਂ। ਜਿਸ ਸਮੇਂ ਮਹਾਂਪੁਰਸ਼ਾਂ ਨੂੰ ਪਤਾ ਲੱਗਾ ਖੜੇ ਹੋ ਗਏ, ਕਹਿੰਦੇ ਹਨ ਉਹ ਐਡਾ ਪਾਪੀ ਹੈ ਤੂੰ। ਉਸ ਸਮੇਂ ਮਹਾਂਪੁਰਸ਼ਾਂ ਨੇ ਜਿਸ ਸਮੇਂ ਸਾਧ ਸੰਗਤ ਜੀ ਦੁਖੀ ਦੇਖ ਚਿਤਰੀ ਦਰਵਣੰ ਇਤੀ ਦਇਆ ਦੇ ਘਰ ਵਿੱਚ ਆਏ ਹਨ। ਮਹਾਂਪੁਰਸ਼ ਅਜਾਮਲ ਨੂੰ ਕਹਿੰਦੇ ਹਨ, ਜਿਸ ਸਮੇਂ ਅਜਾਮਲ ਦੇ ਘਰ 7ਵਾਂ ਪੁੱਤਰ ਹੋਣਾ ਸੀ, ਪੁੱਤਰ ਉਪੰਨਾ 7ਵਾਂ ਨਾਉ ਧਰਨ ਨੂੰ ਚਿੱਤ ਉਮਹਿਆ। ਮਨ ਦੇ ਵਿੱਚ ਇੱਛਾ ਜਾਗੀ ਕਿ ਮਹਾਂਪੁਰਸ਼ਾਂ ਦੇ ਕੋਲੋਂ ਆਪਣੇ ਪੁੱਤਰ ਦਾ ਨਾਮ ਰਖਾਉਣੇ ਹਾਂ। ਉਸ ਸਮੇਂ ਮਹਾਂਪੁਰਸ਼ਾਂ ਨੇ ਕਿਹਾ ਸੀ, ਤੇਰੇ ਘਰ ਵਿੱਚ ਜੋ 7ਵਾਂ ਪੁੱਤਰ ਹੋਵੇਗਾ ਉਸ ਦਾ ਨਾਮ ਨਾਰਾਇਣ ਰੱਖੀ। ਜਿਸ ਸਮੇਂ ਅਖੀਰਲਾ ਸਮਾਂ ਆਇਆ ਇਸ ਅਜਾਮਲ ਦਾ, ਜਿਸ ਸਮੇਂ ਸਾਧ ਸੰਗਤ ਜੀ ਜਮਦੂਤ ਲੈਣ ਵਾਸਤੇ ਆਏ, ਆਪਣੇ ਪਿਆਰੇ ਪੁੱਤਰ ਵਿੱਚ ਮੋਹ ਹੋਣ ਕਰਕੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਹੈ, ਨਾਰਾਇਣ ਨਾਰਾਇਣ। ਸਾਧ ਸੰਗਤ ਜੀ ਕੀ ਦੇਖਦਾ ਹੈ, ਜੋ ਜਮਦੂਤ ਸੀ ਉਹਨਾਂ ਨੂੰ ਅੱਗ ਲੱਗਦੀ ਹੈ, ਉਹ ਦੂਰ ਭੱਜਦੇ ਹਨ। ਉਸੇ ਸਮੇਂ ਹੀ ਬਿਰਤੀ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੋ ਨਾਰਾਇਣ ਨਰਾਂ ਦੇ ਵਿੱਚ ਆਇਆ, ਜਿਸ ਦਾ ਘਰ ਹੈ ਰੋਮ ਰੋਮ ਬਸ ਰਹੇ ਨਿਰੰਤਰ, ਉਸ ਵਿੱਚ ਬਿਰਤੀ ਚਲੇ ਜਾਂਦੀ ਹੈ। ਮਹਾਰਾਜ ਜੀਆਂ ਦੀ ਗੁਰਬਾਣੀ ਕਹਿੰਦੀ ਹੈ, ਜਾ ਕੋ ਸਿਮਰ ਅਜਾਮਲ ਉਦਰਿਓ। ਹਜੂਰ ਦੀ ਗੁਰਬਾਣੀ ਗਵਾਹੀ ਦਿੰਦੀ ਹੈ, ਉਸ ਅਜਾਮਲ ਪਾਪੀ ਦਾ ਉਧਾਰ ਹੋ ਗਿਆ। ਨਾਮ ਲਏ ਦੁੱਖ ਡੇਰਾ ਢਹਿਆ। ਹਜੂਰ ਦਾ ਨਾਮ ਲਿਆ ਹੀ ਦੁੱਖਾਂ ਦਾ ਡੇਰਾ ਢਹਿ ਗਿਆ। ਹਜੂਰ ਕਿਸੇ ਹੋਰ ਨੂੰ ਵੀ ਲਾਭ ਹੋਇਆ ਹੈ ਨਾਮ ਜਪਣ ਕਰਕੇ। ਹਜੂਰ ਕਹਿੰਦੇ ਹਨ, ਗਨਕਾ ਹੂ ਗਤ ਪਾਈ। ਮਹਾਰਾਜ ਜੀ ਕਹਿੰਦੇ ਹਨ, ਜੋ ਗਨਕਾ ਸੀ, ਜੋ ਸਾਧ ਸੰਗਤ ਜੀ ਇਹ ਵੇਸ਼ਵਾ ਸੀ। ਜਿਸ ਤਰ੍ਹਾਂ ਗਨਕਾ ਇੱਕ ਜ਼ਿਕਰ ਆਉਂਦਾ ਹੈ, ਇੱਕ ਗਨਕਾ ਦਾ ਜ਼ਿਕਰ ਆਉਂਦਾ ਹੈ। ਜਨਕ ਰਾਜੇ ਦੇ ਰਾਜ ਵਿੱਚ ਇੱਕ ਗਨਕਾ ਰਹਿੰਦੀ ਸੀ। ਭਗਤ ਵੱਡਾ ਰਾਜਾ ਜਨਕ ਹੈ। ਇਹ ਰਾਜਾ ਜਨਕ ਸਾਧ ਸੰਗਤ ਜੀ ਦੀਵਾਨ ਲਾਇਆ ਕਰਦਾ ਸੀ। ਬੜੇ ਬੜੇ ਸਾਧੂ ਮਹਾਂਪੁਰਸ਼ ਇਸ ਦੇ ਦੀਵਾਨ ਵਿੱਚ ਆ ਕੇ ਜਦੋਂ ਸਾਧ ਸੰਗਤ ਜੀ ਇਸ ਤੋਂ ਉਪਦੇਸ਼ ਲਿਆ ਕਰਦੇ ਸੀ। ਇੱਕ ਇਸ ਦੇ ਪਾਸ ਜੋ ਗਨਕਾ ਸੀ, ਇਸ ਤੇ ਮਾੜੀ ਇੱਛਾ ਰੱਖਦੀ ਸੀ ਰਾਜੇ ਜਨਕ ਦੇ। ਰਾਜਾ ਜਨਕ ਸਾਧ ਸੰਗਤ ਜੀ ਇੱਕ ਦਿਨ ਜਦੋਂ ਸਭਾ ਵਿੱਚ ਬੈਠਾ, ਤੱਤ ਦੇ ਗਿਆਨ ਦੀ ਜਿਸ ਤਰ੍ਹਾਂ ਬਚਨ ਹੋ ਰਹੇ ਸਨ, ਰਾਜੇ ਦੇ ਨਾਲ ਦੇ ਜੋ ਵਿਦਵਾਨ ਸਨ ਰਾਜੇ ਨੂੰ ਬ੍ਰਹਮ ਗਿਆਨ ਦੇ ਉਪਦੇਸ਼ ਬਾਬਤ ਦੱਸ ਰਹੇ ਸਨ। ਗਨਕਾ ਦੇ ਕਾਨਾਂ ਵਿੱਚ ਜਦੋਂ ਇਹ ਸ਼ਬਦ ਪਏ, ਜਿਸ ਸਮੇਂ ਸਾਧ ਸੰਗਤ ਜੀ ਇਸ ਨੇ ਸੁਣਿਆ ਹੈ ਕਿ ਸਰੀਰ ਅਸਤ ਹੈ, ਸਰੀਰ ਨਾਸ਼ਵੰਤ ਹੈ। ਸਾਧ ਸੰਗਤ ਜੀ ਉਸ ਸਮੇਂ ਮਨ ਦੇ ਵਿੱਚ ਸਭ ਵਿਕਾਰ ਦੇ ਭਾਵ ਇਸ ਦੇ ਭਾਵ ਸੀ ਜੋ ਪ੍ਰਗਟ ਹੁੰਦੇ ਸੀ ਰਾਜੇ ਜਨਕ ਨੂੰ ਦੇਖ ਕੇ। ਰਾਜਾ ਜਨਕ ਨਾਮ ਸੁਣਦੇ ਹੋਏ ਐਸੀ ਨਾਮ ਦੇ ਵਿੱਚ ਉਸ ਦੀ ਲਿਵ ਲੱਗੀ ਸੀ। ਮੱਥੇ ਤੇ ਤੇਜ ਪ੍ਰਤਾਪ ਹੈ, ਨੇਤਰਾਂ ਦੇ ਵਿੱਚੋਂ ਨਾਮ ਦਾ ਰਸ ਚੋਂਦਾ ਹੈ, ਹਿਰਦੇ ਦੇ ਵਿੱਚ ਹਜੂਰ ਦੇ ਚਰਨ ਕਮਲ ਟਿਕ ਗਏ ਹਨ। ਵੇਸ਼ਵਾ ਨੇ ਜਦੋਂ ਐਸਾ ਨਿਗਾਹ ਪੱਟ ਕੇ ਤੱਕਿਆ, ਸਭ ਵਿਕਾਰ ਮਾਰੇ ਗਏ ਤੇ ਨਾਮ ਦੇ ਵਿੱਚ ਬਿਰਤੀ ਜੁੜ ਗਈ। ਹਜੂਰ ਕਹਿੰਦੇ ਹਨ, ਗਨਕਾ ਹੂ ਗਤ ਪਾਈ। ਉਸ ਨਾਮ ਨੂੰ ਜਪਣ ਮਾਤਰ ਸੇ ਦੇਖ ਗੁਰ ਸਿੱਖਾ, ਗਨਕਾ ਨੇ ਵੀ ਗਤੀ ਪਾ ਲਈ ਹੈ। ਰਹਾਉ ਵਿਸ਼ਰਾਮ ਦੇ ਕੇ ਜਿਸ ਤਰ੍ਹਾਂ ਸਾਧ ਸੰਗਤ ਜੀ ਅੱਗੇ ਹਜੂਰ ਜਿਸ ਤਰ੍ਹਾਂ ਉਪਦੇਸ਼ ਦਿੰਦੇ ਹਨ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਜਿਸ ਤਰ੍ਹਾਂ ਸਾਧ ਸੰਗਤ ਜੀ ਪੰਚਾਲੀ, ਇਹ ਜੋ ਸਾਧ ਸੰਗਤ ਜੀ
ਜੋ ਪੰਚਾਲ ਨਰੇਸ਼ ਦੀ ਪੁੱਤਰੀ, ਜੋ ਸਾਧ ਸੰਗਤ ਜੀ ਦ੍ਰੋਪਦ ਰਾਜੇ ਦੀ ਸਾਧ ਸੰਗਤ ਜੀ ਪੁੱਤਰੀ ਸੀ, ਜਿਸ ਦਾ ਨਾਮ ਦ੍ਰੋਪਦੀ ਆਉਂਦਾ ਹੈ। ਇਹ ਪੰਚਾਲੀ ਭਾਵ ਪੰਜਾਂ ਪਾਂਡਵਾਂ ਦੀ ਜੋ ਸਾਧ ਸੰਗਤ ਜੀ ਇਸਤਰੀ ਸੀ। ਮਹਾਰਾਜ ਜੀ ਕਿਰਪਾ ਕਰਨ। ਸਾਧ ਸੰਗਤ ਜੀ ਸਮਾਂ ਜਿਸ ਤਰ੍ਹਾਂ ਸਾਧ ਸੰਗਤ ਜੀ ਹੋ ਚੁੱਕਿਆ ਹੈ, ਇਹ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। ਜਿਸ ਤਰ੍ਹਾਂ ਹਜੂਰ ਨੇ ਕਿਰਪਾ ਕੀਤੀ ਹੈ, ਜਾ ਕੋ ਸਿਮਰ ਅਜਾਮਲ ਉਦਰਿਓ। ਹਜੂਰ ਅਜਾਮਲ ਦੇ ਤਾਂ ਪਾਪ ਸਾਰਾ ਜੱਗ ਜਾਣਦਾ ਸੀ, ਪਰ ਹਜੂਰ ਜਿਹੜੇ ਮੇਰੇ ਮਨ ਦੇ ਪਾਪ ਨੇ, ਹਜੂਰ ਮੈਨੂੰ ਇਦਾਂ ਲੱਗਦਾ ਹੈ ਪਰ ਕੋਈ ਨਹੀਂ ਜਾਣਦਾ, ਪਰ ਹਜੂਰ ਆਪ ਤਾਂ ਅੰਤਰਜਾਮੀ ਹੋ। ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰਜਾਮੀ ਜਾਣੈ। ਮਹਾਰਾਜ ਜੀ ਜਦੋਂ ਗੂੰਗੇ ਵੀ ਆਪ ਦੇ ਉਹਨਾਂ ਦੀ ਰਸਨਾ ਨਹੀਂ ਹੁੰਦੀ, ਆਪ ਤਾਂ ਉਹਨਾਂ ਦੇ ਦਿਲਾਂ ਦੀ ਵੀ ਜਾਣਦੇ ਹੋ ਬਿਨਾਂ ਕਹਿਣ ਤੋਂ। ਹਜੂਰ ਮੇਰੇ ਮਨ ਵਿੱਚ ਐਸਾ ਮੈਨੂੰ ਲੱਗਦਾ ਹੈ ਕਿ ਆਪ ਮੇਰੇ ਮਨ ਦੀ ਹਾਲਤ ਨਹੀਂ ਜੇ ਜਾਣਦੇ, ਪਰ ਹਜੂਰ ਆਪ ਅੰਤਰਜਾਮੀ ਹੋ। ਅਜਾਮਲ ਪਾਪੀ ਜੱਗ ਜਾਣਦਾ ਸੀ। ਹਜੂਰ ਮੇਰੇ ਤਾਂ ਪਾਪ ਇੰਨੇ ਹਨ, ਮਹਾਰਾਜ ਜੀ ਮੈਂ ਬਖਸ਼ਿਆ ਨਹੀਂ ਜਾ ਸਕਦਾ। ਗਨਕਾ ਮਹਾਰਾਜ ਜੀ, ਗਨਕਾ ਨੇ ਆਪ ਜੀਆਂ ਦਾ ਨਾਮ ਜਪ ਕੇ ਗਤੀ ਪਾ ਲਈ ਹੈ। ਹਜੂਰ ਮੈਂ ਤਾਂ ਨਾ ਹੀ ਕੋਈ ਜਪ ਕਮਾਇਆ ਹੈ, ਨਾ ਹੀ ਕੋਈ ਤਪ ਕੀਤਾ ਹੈ, ਪਰ ਮਹਾਰਾਜ ਜੀ ਜਿਸ ਤਰ੍ਹਾਂ ਸਾਧ ਸੰਗਤ ਜੀ ਅਖੀਰਲੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਜਿਸ ਤਰ੍ਹਾਂ ਫਰਮਾਉਣਗੇ, ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸਰਨਾਈ। ਮਹਾਰਾਜ ਜੀ ਸਾਡੀ ਕਦੋਂ ਵਾਰੀ ਆਵੇਗੀ? ਆਪ ਜੀਆਂ ਨੇ ਵੱਡੇ ਵੱਡੇ ਪਾਪੀ ਤਾਰ ਦਿੱਤੇ ਹਨ। ਇਹ ਭਰੋਸਾ ਲੈ ਕੇ ਮਹਾਰਾਜ ਜੀ ਗਨਕਾ ਤਰ ਸਕਦੀ ਹੈ, ਅਜਾਮਲ ਤਰ ਸਕਦੀ ਹੈ, ਅਜਾਮਲ ਤਰ ਸਕਦਾ ਹੈ। ਹਜੂਰ ਸਾਡੀ ਵੀ ਆਪ ਜੀ ਗਹੀ ਆਨ ਸਰਨਾਈ। ਆਪ ਜੀਆਂ ਦੀ ਸ਼ਰਨ ਵਿੱਚ ਆ ਗਏ ਹਾਂ, ਕਿਉਂਕਿ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਦੀ ਜੇ ਸ਼ਰਨ ਤੱਕ ਲਈਏ, ਜਿਸ ਤਰ੍ਹਾਂ ਭੱਟ ਸਾਹਿਬਾਨ ਫਰਮਾਉਂਦੇ ਹਨ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਹਜੂਰ ਔਗਣਾ ਦੇ ਭਰੇ ਹਾਂ, ਇੱਕ ਪ੍ਰੇਮ ਤੇ ਸ਼ਰਧਾ ਭਾਵਨਾ ਵਾਲਾ ਗੁਣ ਵੀ ਨਹੀਂ ਹੈਗਾ। ਮਹਾਰਾਜ ਜੀ ਆਪ ਕਿਰਪਾ ਕਰੋ, ਸਾਡੇ ਮਨ ਵਿੱਚ ਹਜੂਰ ਇੱਕ ਪ੍ਰੇਮ ਦਾ ਗੁਣ ਹੀ ਪ੍ਰਗਟ ਹੋ ਜਾਵੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਹਜੂਰ ਆਪ ਜੀਆਂ ਦੀ ਅੰਮ੍ਰਿਤ ਗੁਰਬਾਣੀ ਨੂੰ ਛੱਡ ਕੇ ਸੰਸਾਰ ਦੇ ਵਿੱਚ ਹਜੂਰ ਇਹ ਜ਼ਹਿਰੀ ਪਦਾਰਥਾਂ ਵਿੱਚ ਸੁਖ ਮੰਨਿਆ ਹੈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਹਜੂਰ ਮਾਇਆ ਦੇ ਮੋਹ ਤੇ ਭਰਮ ਵਿੱਚ ਪੈ ਕੇ ਹਜੂਰ ਆਪ ਜੀਆਂ ਵੱਲੋਂ ਭੁੱਲ ਗਏ ਹਾਂ। ਮਹਾਰਾਜ ਜੀ ਪ੍ਰੀਤ ਕਿੱਥੇ ਲੱਗੀ ਹੈ? ਇਸਤਰੀ ਦੇ ਵਿੱਚ ਪ੍ਰੀਤ ਲੱਗੀ ਹੈ, ਪੁੱਤਰ ਵਿੱਚ ਪ੍ਰੀਤ ਲੱਗੀ ਹੈ। ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਹਜੂਰ ਆਪ ਜੀਆਂ ਦੀ ਸੰਗਤ, ਆਪ ਜੀਆਂ ਦੀ ਸੰਗਤ ਬਾਬਤ ਸੁਣਿਆ ਹੈ ਕਿ ਇਹ ਉੱਤਮ ਪੰਥ ਰਸਤਾ ਹੈ। ਆਪ ਜੀਆਂ ਦਾ ਖਾਲਸਾ ਪੰਥ ਮਹਾਰਾਜ ਜੀ ਜੋ ਨਿਰਮਲ ਰਸਤਾ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਟਾਈ। ਉਸ ਦੇ ਵਿੱਚ ਮਿਲਣ ਦੀ ਹਜੂਰ ਸਾਡੀ ਇੱਛਾ ਹੈ, ਕਿਉਂਕਿ ਜਮਾਂ ਦਾ ਡਰ ਮਹਾਰਾਜ ਜੀ ਬਹੁਤ ਸਤਾਉਂਦਾ ਹੈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਹਜੂਰ ਇੱਕ ਹੀ ਅਰਦਾਸ ਹੈ, ਕਿਉਂਕਿ ਸਾਧ ਸੰਗਤ ਜੀ ਜੇ ਇੱਕ ਅਰਦਾਸ ਵਿੱਚ ਹੀ ਸਾਰਾ ਕੁਝ ਆ ਜਾਵੇ, ਫਿਰ ਬਹੁਤੀਆਂ ਅਰਦਾਸਾਂ ਕੀ ਕਰਨੀਆਂ। ਕਹਿੰਦੇ ਹਨ ਮਹਾਰਾਜ ਜੀ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਮਹਾਰਾਜ ਜੀ ਆਪਣੀ ਸ਼ਰਨ ਵਿੱਚ ਆ ਜਾਵੋ, ਕਹੋ ਨਾ ਆਪਣੀ ਸ਼ਰਨ ਵਿੱਚ ਹਜੂਰ ਸਾਨੂੰ ਲੈ ਆਇਓ। ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਣ ਸਰਨਾਈ। ਇਹ ਭਰੋਸਾ ਲੈ ਕੇ ਮਹਾਰਾਜ ਜੀ ਆਪ ਜੀਆਂ ਦੀ ਸ਼ਰਨ ਪਕੜੀ ਹੈ। ਹਜੂਰ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਜਿਸ ਤਰ੍ਹਾਂ ਹਜੂਰ ਅੱਗੇ ਕਿਰਪਾ ਕਰਨਗੇ, ਮਹਾਰਾਜ ਜੀ ਸਾਧ ਸੰਗਤੀ ਸਤ ਸੰਗਤ ਦੀਆਂ ਘੜੀਆਂ ਬਖਸ਼ਣਗੇ। ਸਵਾਏ ਸ਼ਬਦ ਦੀ ਕਥਾ ਹੋਈ ਹੈ। ਆਪ ਸਰਬੱਤ ਸੰਗਤਾਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ। ਬਖਸ਼ ਦੇਣਾ ਅਰਦਾਸ ਕਰਨੀ, ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ। ਗਨਕਾਹੂ ਗਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੌਵੇਂ ਪਾਤਸ਼ਾਹ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਜੋ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਹੈ, ਉਸ ਦੀ ਕਥਾ ਵਿਚਾਰ ਭਾਈ ਕਰਨਜੀਤ ਸਿੰਘ ਹੋਰਾਂ ਕੋਲੋਂ ਸਰਵਣ ਕਰ ਰਹੇ ਸੀ। ਹੁਣ ਸਾਧ ਸੰਗਤ ਜੀ, ਸਮਾਂ ਹੈ ਗੁਰਬਾਣੀ ਦੇ ਕੀਰਤਨ ਦਾ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ ਦੇ ਮਹਾਂਵਾਕਾਂ ਅਨੁਸਾਰ ਇਸ ਸੰਸਾਰ ਦੇ ਵਿੱਚ ਕਈ ਜੀਵ ਆਉਂਦੇ ਹਨ। ਕਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਬੁਲਾਏ ਹੋਏ ਸੰਸਾਰ ਤੋਂ